ਸਤਿਕਾਰਯੋਗ ਸਾਥੀਓ, ਸਤਿ ਸ੍ਰੀ ਅਕਾਲ। ਮੈਂ ਭਗਤ ਸਿੰਘ ਸਰੂਆ ਅੱਜ ਇਸ ਪੁਸਤਕ ਦਾ 7ਵਾਂ ਅਧਿਆਇ ਲੈ ਕੇ ਤੁਹਾਡੇ ਨਾਲ ਰੂਬਰੂ ਹੋਣ ਲੱਗਿਆ। ਇਹ ਪੁਸਤਕ ਸਦਾਮ ਹੁਸੈਨ ਦੇ ਕਤਲ ਦੀ ਅਮਰੀਕਨ ਸਾਜ਼ਿਸ਼, ਜਿਸ ਦੇ ਵਿੱਚ ਮੁੱਖ ਤੌਰ 'ਤੇ 7ਵਾਂ ਅਧਿਆਇ ਜਿਹੜਾ ਹੈ ਹਥਿਆਰ ਨਿਰੀਖਣ ਦਾ ਹੈ। ਇਸ ਨੂੰ ਮੁੱਖ ਬਹਾਨਾ ਬਣਾਇਆ ਗਿਆ ਸੀ ਅਮਰੀਕਾ ਨੇ। ਸੋ ਰੂਬਰੂ ਕਰਨ ਲੱਗਾ। 2 ਅਗਸਤ 1990 ਤੋਂ ਹੀ ਅਮਰੀਕਾ ਨੇ ਇਰਾਕ 'ਤੇ ਸਖਤ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਸਨ। ਪੂਰੀ ਤਰ੍ਹਾਂ ਨਾਲ ਇਰਾਕ ਦੀ ਘੇਰਾਬੰਦੀ ਕਰ ਦਿੱਤੀ। ਇੱਥੋਂ ਤੱਕ ਕਿ ਬਾਹਰੋਂ ਆਉਣ ਵਾਲੀਆਂ ਦਵਾਈਆਂ, ਭੋਜਨ, ਦੁੱਧ ਇਰਾਕ ਵਿੱਚ ਬਿਲਕੁਲ ਨਹੀਂ ਸੀ ਜਾਣ ਦਿੱਤਾ ਜਾਂਦਾ। ਇਰਾਕ ਵਿੱਚੋਂ ਕੋਈ ਵਸਤੂ ਨਾ ਬਾਹਰ ਜਾਣ ਦਿੱਤੀ ਜਾਂਦੀ ਸੀ, ਨਾ ਅੰਦਰ ਆਉਂਦੀ ਸੀ। 1991 ਦੀ ਖਾੜੀ ਜੰਗ ਦੇ ਜੇਤੂ ਸਮਝਦੇ ਹੋਏ ਅਮਰੀਕਾ ਨੇ ਮਾਰਚ 1991 ਵਿੱਚ ਸੁਰੱਖਿਆ ਪਰਿਸ਼ਦ ਕੋਲੋਂ ਮਤਾ ਨੰਬਰ 678 ਅਤੇ 687 ਇਹ ਅਧਿਕਾਰ ਪ੍ਰਾਪਤ ਕਰ ਲਏ ਸਨ ਕਿ ਜੇਕਰ ਇਰਾਕ 'ਤੇ ਮੁੜ ਹਮਲਾ ਕਰਨ ਦੀ ਲੋੜ ਪਈ ਤਾਂ ਉਸ ਨੂੰ ਸੁਰੱਖਿਆ ਪਰਿਸ਼ਦ ਕੋਲੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਪਏਗੀ। ਇਰਾਕ ਨੂੰ ਜਲੀਲ ਕਰਨ, ਇਸ ਦੇ ਚੱਪੇ ਚੱਪੇ ਨੂੰ ਖੋਜਣ ਅਤੇ ਸੂਹ ਲਾਉਣ ਲਈ ਹਥਿਆਰ ਨਿਰੀਖਣ ਦੀ ਆੜ ਵਿੱਚ ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਹਥਿਆਰ ਨਿਰੀਖਕ ਰਿਚਰਡ ਬਟਲਰ ਨੂੰ ਇਰਾਕ ਭੇਜ ਦਿੱਤਾ ਗਿਆ। ਇਸ ਨਾਲ ਅਮਰੀਕਾ ਸਖਤ ਆਰਥਿਕ ਪਾਬੰਦੀਆਂ ਲਗਾ ਕੇ ਹਥਿਆਰ ਨਿਰੀਖਣ ਦੇ ਬਹਾਨੇ ਲਗਾਤਾਰ ਇਰਾਕ ਦੀ ਜਾਸੂਸੀ ਕਰਦਾ ਰਿਹਾ। ਇਸ ਲਈ ਇਰਾਕ ਨੇ ਹਥਿਆਰ ਨਿਰੀਖਣ ਟੀਮ ਨੂੰ ਸਹਿਯੋਗ ਦੇਣਾ ਬੰਦ ਕਰ ਦਿੱਤਾ। ਇਹ ਵੀ ਸੀ ਕਿ ਨਿਰੀਖਣ ਦਾ ਇਹ ਕੰਮ ਜ਼ਰੂਰਤ ਨਾਲੋਂ ਜ਼ਿਆਦਾ ਲੰਮਾ ਖਿੱਚ ਦਿੱਤਾ ਗਿਆ ਸੀ। ਭਾਵੇਂ ਬਹੁਤ ਸਾਰੇ ਹਥਿਆਰ ਨਸ਼ਟ ਕਰ ਦਿੱਤੇ ਸਨ, ਪਰ ਨਿਰੀਖਣ ਦਲ ਦਾ ਕਹਿਣਾ ਸੀ ਕਿ ਇਰਾਕ ਨੇ ਅਜੇ ਵੀ ਖਤਰਨਾਕ ਹਥਿਆਰ ਲੁਕੋਏ ਹੋਏ ਹਨ। ਦੂਜਾ ਇਰਾਕ ਦਾ ਇਹ ਕਹਿਣਾ ਸੀ ਕਿ ਜਦੋਂ ਹਥਿਆਰ ਨਸ਼ਟ ਹੀ ਕਰ ਦਿੱਤੇ ਤਾਂ ਆਰਥਿਕ ਰੋਕਾਂ ਵੀ ਹਟਾ ਦੇਣੀਆਂ ਚਾਹੀਦੀਆਂ ਸਨ। ਅਮਰੀਕਾ ਇਸ ਗੱਲ ਲਈ ਸਹਿਮਤ ਨਹੀਂ ਸੀ, ਪਰ ਇਸ ਨਾਲ ਇਰਾਕੀ ਜਨਤਾ ਨੂੰ ਅਨੇਕਾਂ ਕਸ਼ਟ ਭੋਗਣੇ ਪਏ। ਬੰਦਸ਼ਾਂ ਕਾਰਨ ਪੇਂਡੂ ਖੇਤਰਾਂ ਨੂੰ ਜ਼ਿਆਦਾ ਮਾਰ ਝੱਲਣੀ ਪਈ। ਇਹਨਾਂ ਪਾਬੰਦੀਆਂ ਤੋਂ ਦੁਖੀ ਹੋ ਕੇ ਲੋਕ ਆਪਣੀ ਸਰਕਾਰ ਦੇ ਵਿਰੁੱਧ ਨਾ ਹੋ ਕੇ ਪੱਛਮੀ ਸ਼ਕਤੀਆਂ ਦੇ ਵਿਰੁੱਧ ਹੋ ਗਏ। ਇਰਾਕੀ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਅਮਰੀਕਾ ਨੇ ਤੇਲ ਬਦਲੇ ਅਨਾਜ ਪ੍ਰੋਗਰਾਮ ਅਧੀਨ ਇਰਾਕ ਨੂੰ ਥੋੜ੍ਹਾ ਜਿਹਾ ਅਨਾਜ ਖਰੀਦਣ ਦੀ ਆਗਿਆ ਦਿੱਤੀ। ਅਮਰੀਕਾ ਅਤੇ ਬ੍ਰਿਟੇਨ ਨੇ ਇਰਾਕ ਦੇ ਸੰਯੁਕਤ ਰਾਸ਼ਟਰ ਨਾਲ ਅਸਹਿਯੋਗ ਕਰਨ ਦਾ ਦੋਸ਼ ਲਗਾ ਕੇ 18 ਦਸੰਬਰ ਨੂੰ ਸਦਾਮ ਹੁਸੈਨ ਦੇ ਜੱਦੀ ਪਿੰਡ ਟਿਕਰੀਤ ਵਿਚਲੇ ਖਾਣ ਪੀਣ ਵਾਲੇ ਭੰਡਾਰਾਂ 'ਤੇ ਹਵਾਈ ਹਮਲਾ ਕਰ ਦਿੱਤਾ। ਇੱਥੇ ਤੇਲ ਬਦਲੇ ਅਨਾਜ ਪ੍ਰੋਗਰਾਮ ਅਧੀਨ ਮੰਗਵਾਏ ਗਏ 2600 ਟਨ ਚਾਵਲਾਂ ਦਾ ਭੰਡਾਰ ਨਸ਼ਟ ਕਰ ਦਿੱਤਾ। ਇਸ ਹਮਲੇ ਨੂੰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਰੇਸ਼ਨ ਡਿਜ਼ਰਟ ਫੌਕਸ ਦਾ ਨਾਂ ਦਿੱਤਾ। ਇਸ ਤਰ੍ਹਾਂ ਅਮਰੀਕਾ ਨੇ ਛੋਟੇ ਛੋਟੇ ਬਹਾਨੇ ਬਣਾਉਂਦੇ ਹੋਏ 18 ਦਸੰਬਰ 1998 ਤੋਂ 2 ਫਰਵਰੀ 1999 ਤੱਕ ਇਰਾਕ 'ਤੇ 40 ਵਾਰ ਹਵਾਈ ਹਮਲੇ ਕੀਤੇ। ਇਹ ਬਹਾਨਾ ਸੀ ਹਥਿਆਰ ਨਿਰੀਖਣ ਦਾ। ਇਹ ਹਮਲੇ ਸੁਰੱਖਿਆ ਪਰਿਸ਼ਦ ਦੀ ਆਗਿਆ ਤੋਂ ਬਿਨਾਂ ਸੰਯੁਕਤ ਰਾਸ਼ਟਰ ਦੀ ਖੁੱਲ੍ਹੀ ਅਵੱਗਿਆ ਤੇ ਇੱਕ ਸੁਤੰਤਰ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਸੀ। ਜਦਕਿ UNO ਦੇ ਇੰਚਾਰਜ ਰਿਚਰਡ ਬਟਲਰ, ਜਿਹੜੇ ਕਿ ਇਰਾਕ ਵਿੱਚ ਹਥਿਆਰ ਨਿਰੀਖਣ ਦਾ ਕੰਮ ਕਰ ਰਹੇ ਸਨ, ਉਹਨਾਂ ਨੇ 8 ਸਾਲ ਨਿਰੀਖਣ ਕਰਨ ਤੋਂ ਮਗਰੋਂ ਇਰਾਕ ਨੂੰ ਬੇਦੋਸ਼ਾ ਦੱਸਦੇ ਹੋਏ ਕਿਹਾ ਸੀ
ਕਿ ਇਰਾਕ ਕੋਲ ਕੋਈ ਐਟਮੀ ਅਤੇ ਮਾਰੂ ਹਥਿਆਰ ਨਹੀਂ। ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਅਮਰੀਕੀ ਦਬਾਅ ਕਾਰਨ ਸੰਯੁਕਤ ਰਾਸ਼ਟਰ ਨੇ ਅਜੇ ਤੱਕ ਇਰਾਕ ਤੋਂ ਆਰਥਿਕ ਪਾਬੰਦੀਆਂ ਨਹੀਂ ਹਟਾਈਆਂ ਸਨ। ਗੱਲ ਕੀ ਅਮਰੀਕਾ ਦੀ ਰੁਚੀ ਤੇ ਨੀਤੀ ਸਦਾਮ ਹੁਸੈਨ ਦਾ ਤਖਤਾ ਪਲਟਣ ਵਿੱਚ ਜ਼ਿਆਦਾ ਸੀ। ਇਰਾਕੀ ਜਨਤਾ ਦੁਆਰਾ ਇੱਕ ਚੁਣੇ ਹੋਏ ਮੁਖੀ ਨੂੰ ਅਹੁਦੇ ਤੋਂ ਹਟਾਉਣ ਲਈ ਰਾਜਨੀਤਿਕ, ਸੈਨਿਕ ਤੇ ਆਰਥਿਕ ਕੋਸ਼ਿਸ਼ਾਂ ਅਮਰੀਕਾ ਅਤੇ ਇਸ ਦੇ ਜੋਟੀਦਾਰਾਂ ਨੇ ਖੁੱਲ੍ਹੇਆਮ ਕੀਤੀਆਂ। ਅਸਲ ਵਿੱਚ ਅਮਰੀਕਾ ਨੂੰ ਇਰਾਕੀ ਸਦਰ ਨਾਲ ਇਸ ਗੱਲ ਦੀ ਖਾਰ ਸੀ ਕਿ ਉਹ 8ਵੀਂ-9ਵੀਂ ਸਦੀ ਦੇ ਬਗਦਾਦ ਦੇ ਖਲੀਫਾ ਹਾਰੂਨ ਅਲ ਰਸ਼ੀਦ ਵਾਂਗ ਇਸਲਾਮੀ ਦੇਸ਼ਾਂ ਦੇ ਆਗੂ ਦੇ ਰੂਪ ਵਿੱਚ ਉੱਭਰਨਾ ਚਾਹੁੰਦਾ ਸੀ। ਸੋ ਹਥਿਆਰ ਨਿਰੀਖਣ ਦੇ ਬਹਾਨੇ ਉਹ ਉੱਥੇ ਉਸ ਦੀਆਂ ਭੂਗੋਲਿਕ ਪ੍ਰਸਥਿਤੀਆਂ ਤੋਂ ਜਾਣੂ ਹੋਣਾ ਚਾਹੁੰਦਾ ਸੀ ਤਾਂ ਕਿ ਇਰਾਕ ਦਾ, ਉਸ ਦੇ ਕੋਨੇ-ਕੋਨੇ ਦਾ ਇਹ ਪਤਾ ਲੱਗ ਸਕੇ ਕਿੱਥੇ ਕੀ ਹੈ। ਅਤੇ ਉਹ ਇਰਾਕ ਦੀਆਂ ਖੁਫੀਆ ਏਜੰਸੀਆਂ ਦੀ ਸੂਹ ਲੈਣੀ ਵੀ ਚਾਹੁੰਦਾ ਸੀ। ਇਹ ਵੀ ਸੀ ਕਿ ਇਸ ਬਹਾਨੇ ਉਹ ਇਰਾਕ ਦੇ ਵੱਡੇ ਵੱਡੇ ਸੈਨਾ ਕਮਾਂਡਰਾਂ ਨੂੰ ਵੱਡੇ ਲਾਲਚ ਦੇ ਕੇ ਉਹਨਾਂ ਤੋਂ ਗੁਪਤ ਭੇਦ ਲੈਣਾ ਚਾਹੁੰਦਾ ਸੀ। ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਅਮਰੀਕਾ ਨੇ ਜੰਗਬੰਦੀ ਦੀਆਂ ਸ਼ਰਤਾਂ ਵਿੱਚ ਸੈਨਾ ਦੇ ਕਮਾਂਡਰਾਂ ਦੀ ਮੀਟਿੰਗ ਵਾਲੀ ਸ਼ਰਤ ਵੀ ਰੱਖੀ ਸੀ। ਇਸ ਲਈ ਉਹ ਇਰਾਕ ਦੀ ਨਾਕਾਬੰਦੀ ਕਰਕੇ ਜਿੱਥੇ ਇਰਾਕੀ ਜਨਤਾ ਨੂੰ ਭੁੱਖੇ ਰੱਖ ਕੇ ਮਰਨ ਵਿੱਚ ਸਫਲ ਹੋਇਆ, ਉੱਥੇ ਇਰਾਕ ਦੇ ਚੱਪੇ-ਚੱਪੇ ਤੋਂ ਜਾਣੂ ਵੀ ਹੋ ਗਿਆ ਅਤੇ ਸੂਹ ਲਾਉਣ ਵਿੱਚ ਸਫਲ ਹੋਇਆ, ਕਿਉਂਕਿ UNO ਦੀ 40 ਮੈਂਬਰੀ ਨਿਰੀਖਣ ਕਮੇਟੀ ਵਿੱਚ 10 ਤਾਂ ਇਕੱਲੇ ਅਮਰੀਕਾ ਦੇ ਹੀ ਸਨ। ਇਸ ਕਮੇਟੀ ਵਿੱਚ ਨਿਰਪੱਖ ਦੇਸ਼ਾਂ ਦਾ ਕੋਈ ਪ੍ਰਤੀਨਿਧ ਨਹੀਂ ਸੀ। ਫਿਰ ਇਹ ਕਮੇਟੀ ਨਿਰਪੱਖ ਜਾਂਚ ਕਿਵੇਂ ਕਰ ਸਕਦੀ ਸੀ? ਗੱਲ ਕੀ 1991 ਦੀ ਜੰਗ ਤੋਂ ਮਗਰੋਂ ਸੰਯੁਕਤ ਰਾਸ਼ਟਰ ਦੇ ਪਰਦੇ ਥੱਲੇ ਇਰਾਕੀ ਜਾਸੂਸੀ ਆਰੰਭ ਕਰ ਦਿੱਤੀ ਗਈ ਸੀ, ਜਿਹੜੀ ਕਿ ਲਗਾਤਾਰ 13 ਸਾਲ ਤੱਕ ਚੱਲਦੀ ਰਹੀ। ਅਮਰੀਕਾ ਨੇ ਇੱਥੇ ਹੀ ਬਸ ਨਹੀਂ ਕੀਤੀ, ਉਸਨੇ ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਦੇ ਲੁਕਵੇਂ ਹਥਿਆਰ ਤੇ ਇੰਟੈਲੀਜੈਂਸ ਨੈੱਟਵਰਕ ਦਾ ਪਤਾ ਲਗਾਉਣ ਲਈ ਹਥਿਆਰ ਨਿਰੀਖਕ ਟੀਮ ਨਾਲ ਆਪਣਾ ਇੱਕ ਜਾਸੂਸ ਵੀ ਭੇਜਿਆ ਹੋਇਆ ਸੀ, ਤਾਂ ਕਿ ਉੱਥੇ ਇੱਕ ਤਰ੍ਹਾਂ ਇਸ ਦਾ ਅਤ ਆਧੁਨਿਕ ਇਲੈਕਟ੍ਰੋਨਿਕ ਸਿਸਟਮ ਸਥਾਪਿਤ ਹੋ ਸਕੇ, ਜਿਸ ਨਾਲ ਇਰਾਕੀ ਖੁਫੀਆ ਏਜੰਸੀ ਤੇ ਸੈਨਿਕ ਅਫਸਰਾਂ ਵਿਚਾਲੇ ਆਪਸ ਵਿੱਚ ਵੱਖ-ਵੱਖ ਉਪਕਰਨਾਂ 'ਤੇ ਹੋਣ ਵਾਲੀ ਗੱਲਬਾਤ ਨੂੰ ਸੁਣਿਆ ਜਾ ਸਕੇ। ਕਾਫੀ ਲੰਮੇ ਸਮੇਂ ਤੱਕ ਇਹ ਪ੍ਰਣਾਲੀ ਅਮਰੀਕਾ ਅਤੇ ਹਥਿਆਰ ਨਿਰੀਖਕ ਟੀਮ ਦੇ ਇੱਕ ਵਿਸ਼ੇਸ਼ ਸੈੱਲ ਨੂੰ ਇਰਾਕੀ ਰਾਸ਼ਟਰਪਤੀ ਸਦਾਮ ਹੁਸੈਨ ਦੀ ਸੁਰੱਖਿਆ ਲਈ ਤੈਨਾਤ ਅਧਿਕਾਰੀਆਂ, ਫੌਜੀ ਤੇ ਖੁਫੀਆ ਅਫਸਰਾਂ ਵੱਲੋਂ ਵਰਤੇ ਜਾਣ ਵਾਲੇ ਸੈੱਲ ਫੋਨ ਅਤੇ ਹੋਰ ਸੰਚਾਰ ਉਪਕਰਨਾਂ ਉੱਤੇ ਹੋਈ ਗੱਲਬਾਤ ਨੂੰ ਅਮਰੀਕਾ ਨੂੰ ਉਪਲਬਧ ਕਰਾਉਂਦੀ ਰਹੀ। ਪਰ 1991 ਤੋਂ ਮਗਰੋਂ ਇਰਾਕ ਨੇ ਕਦੇ ਅਜਿਹੇ ਹਥਿਆਰਾਂ ਦੀ ਪ੍ਰਦਰਸ਼ਨੀ ਕੀਤੀ ਹੀ ਨਹੀਂ ਸੀ ਤੇ ਨਾ ਕਦੇ ਵਰਤੋਂ ਕੀਤੀ ਸੀ। ਇਰਾਕ ਦੇ ਇੱਕ ਰਸਾਇਣਕ ਵਿਗਿਆਨੀ ਨੇ ਅਮਰੀਕੀ ਫੌਜਾਂ ਅੱਗੇ ਜਦੋਂ ਆਤਮ ਸਮਰਪਣ ਕੀਤਾ ਸੀ, ਉਸ ਤੋਂ ਪਹਿਲਾਂ ਹੀ ਉਸਨੇ ਮੀਡੀਆ ਨੂੰ ਦੱਸਿਆ ਕਿ ਇਰਾਕ ਕੋਲ ਕੋਈ ਵੀ ਵਿਆਪਕ ਤਬਾਹੀ ਵਾਲਾ ਹਥਿਆਰ ਨਹੀਂ, ਨਾ ਹੀ ਅਜਿਹੇ ਹਥਿਆਰ ਬਣਾਉਣ ਦੀ ਕੋਈ ਯੋਜਨਾ ਸੀ। ਇਹ ਵਿਗਿਆਨੀ ਹਥਿਆਰ ਬਣਾਉਣ ਦਾ ਹੀ ਕੰਮ ਕਰਦਾ ਸੀ। ਆਤਮ ਸਮਰਪਣ ਤੋਂ ਪਹਿਲਾਂ ਉਸ ਨੂੰ ਪਤਾ ਸੀ ਕਿ ਅਮਰੀਕਾ ਝੂਠ ਬੋਲ ਕੇ ਹਥਿਆਰ ਬਣਾਉਣ ਸੰਬੰਧੀ ਉਸ ਤੋਂ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਦਵਾ ਸਕਦਾ। ਅਸਲ ਵਿੱਚ ਅਮਰੀਕਾ ਸੀ ਜਿਹੜਾ ਉਹ ਤੇਲ ਮੰਡੀ 'ਤੇ ਕਬਜ਼ਾ ਕਰਕੇ ਵਿਸ਼ਵ ਆਰਥਿਕਤਾ 'ਤੇ ਗਲਬਾ ਪਾਉਣ ਦੀ ਤਾਕ ਵਿੱਚ ਸੀ। ਇਸ ਲਈ ਮੱਧ ਪੂਰਬ ਦਾ ਨਕਸ਼ਾ ਬਦਲਣ ਲਈ ਖਾਹਿਸ਼ਮੰਦ ਤੇ ਫੌਜੀ ਤਾਕਤ ਨਾਲ ਵਿਸ਼ਵ ਪ੍ਰਬੰਧ ਦਾ ਪੁਨਰਗਠਨ ਕਰਨਾ ਚਾਹੁੰਦਾ ਸੀ। ਇਹ ਯੋਜਨਾ ਵਾਸ਼ਿੰਗਟਨ ਆਧਾਰਿਤ ਥਿੰਕ ਟੈਂਕ, ਜਿਸ ਨੂੰ
ਪ੍ਰੋਜੈਕਟ ਫਾਰ ਨਿਊ ਅਮਰੀਕਨ ਸੈਂਚਰੀ PNAC ਕਿਹਾ ਜਾਂਦਾ ਹੈ, ਉਸ ਦੀ ਸੋਚ ਸੀ। ਇਸ ਦੀ ਸਪਸ਼ਟ ਨੀਤੀ ਇਹ ਸੀ ਕਿ ਵਿਕਸਿਤ ਉਦਯੋਗਿਕ ਦੇਸ਼ ਵੀ ਅਮਰੀਕਾ ਦੀ ਸਰਦਾਰੀ ਨੂੰ ਚੁਣੌਤੀ ਨਾ ਦੇ ਸਕਣ। PNAC ਦੇ ਮੈਂਬਰਾਂ ਵਿੱਚ ਡਿਕ ਚੈਨੀ, ਡੋਨਾਲਡ ਰਮਜ਼ਫੀਲਡ, ਰਿਚਰਡ ਪਰਲ, ਪੌਲ ਵੋਲਫੋ-ਫਿਟਜ਼, ਜਾਰਜ W. ਬੁਸ਼ ਤੇ ਐਲੀਅਟ ਅਬਰਾਹਮ ਸਨ। ਇਰਾਕ ਉੱਪਰ ਹਮਲੇ ਦੀ ਯੋਜਨਾ ਅਮਰੀਕੀ ਰੱਖਿਆ ਉਪ ਸਕੱਤਰ ਤੇ PNAC ਦੇ ਬਾਨੀ ਪੌਲ ਵੋਲਫੋ-ਫਿਟਜ਼ ਦੇ ਦਿਮਾਗ ਦੀ ਕਾਢ ਸੀ, ਜਿਹੜਾ ਕਿ ਇਰਾਕ ਨੂੰ ਲਗਭਗ ਇੱਕ ਦਹਾਕੇ ਤੋਂ ਅਮਰੀਕੀ ਕਬਜ਼ੇ ਅਧੀਨ ਲੈਣ ਦੀ ਮੁਹਿੰਮ ਚਲਾਉਂਦਾ ਆ ਰਿਹਾ ਸੀ। ਸੋ PNAC ਤੋਂ ਪਹਿਲਾਂ ਅਮਰੀਕਾ ਦੀ ਇੱਕ ਕੱਟੜਵਾਦੀ ਰਾਸ਼ਟਰਬੰਦੀ ਜਥੇਬੰਦੀ ਹੈਰੀਟੇਜ ਫਾਊਂਡੇਸ਼ਨ ਨੇ ਨਾ ਆਪਣੀ ਇੱਕ ਰਿਪੋਰਟ ਸਦਾਮ ਹੁਸੈਨ ਪਿੱਛੋਂ ਖੁਸ਼ਹਾਲੀ ਦਾ ਰਾਹ, ਇਸ ਵਿੱਚ ਅਮਰੀਕੀ ਸਰਕਾਰ ਨੂੰ ਕਿਹਾ ਸੀ ਕਿ ਉਹ ਇਰਾਕੀ ਲੋਕਾਂ ਦੀ ਸਰਪ੍ਰਸਤੀ ਵਜੋਂ ਕੰਮ ਕਰ ਸਕਦੀ ਹੈ। ਇਹਨਾਂ ਨੀਤੀਆਂ ਨੇ ਨਿਊ ਸੈਂਚਰੀ ਦੀ ਸੋਚ ਵਾਲੇ ਲੋਕਾਂ ਨੂੰ ਅਮਰੀਕੀ ਪ੍ਰਸ਼ਾਸਨ ਵਿੱਚ ਭਾਰੂ ਕਰ ਦਿੱਤਾ। ਦੇਖੋ, ਅਮਰੀਕੀ ਉਪ ਰਾਸ਼ਟਰਪਤੀ ਡਿਕ ਚੈਨੀ, ਜੋ ਆਪਣੀ ਚੋਣ ਤੋਂ ਪਹਿਲਾਂ ਹੈਲੀਬਰਟਨ ਨਾਮੀ ਕੰਪਨੀ ਨੂੰ ਆਪ ਚਲਾਉਂਦਾ ਸੀ, ਉਸਨੇ ਇਰਾਕ ਉੱਤੇ ਹਮਲੇ ਤੋਂ ਕੁਝ ਸਮਾਂ ਪਹਿਲਾਂ ਐਕਸ਼ਨ ਮੋਬਿਲ, ਸੇਵਰਨ ਤੇ ਟੈਕਸਾਕੋ ਵਰਗੀਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਸਦਾਮ ਹੁਸੈਨ ਤੋਂ ਬਾਅਦ ਨਵੇਂ ਇਰਾਕ ਸੰਬੰਧੀ ਸਕੀਮਾਂ 'ਤੇ ਵਿਚਾਰ ਕਰ ਲਿਆ ਸੀ। ਇਸ ਨੇ ਇੱਕ ਤਜਵੀਜ਼ 21ਵੀਂ ਸਦੀ ਦੀਆਂ ਊਰਜਾ ਨਾਲ ਸੰਬੰਧਿਤ ਯੁੱਧ ਨੀਤਿਕ ਚੁਣੌਤੀਆਂ ਘੜਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਦਸਤਾਵੇਜ਼ 'ਚ ਬਿਨਾਂ ਕਿਸੇ ਹਿਚਕਚਾਹਟ ਤੋਂ ਉਸਨੇ ਕਿਹਾ, ਅਮਰੀਕਾ ਨੂੰ ਇਰਾਕੀ ਤੇਲ ਖੇਤਰਾਂ ਤੱਕ ਪਹੁੰਚਣ ਲਈ ਕਿਸੇ ਵੀ ਫੌਜੀ ਤਾਕਤ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਪ੍ਰਸ਼ਾਸਨ ਅਫਰੀਕਾ ਤੋਂ ਲੈ ਕੇ ਅਫਗਾਨਿਸਤਾਨ ਤੱਕ ਪੂਰੀ ਤੇਲ ਪੱਟੀ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਗੱਲ ਕਿ ਅਮਰੀਕਾ ਦੀ ਜਿਹੜੀ ਮਿਨਿਸਟਰੀ ਸੀ, ਉਹ ਸਾਰੀ ਤੇਲ ਖੇਤਰ ਅਤੇ ਕੁਦਰਤੀ ਗੈਸ ਸਰੋਤਾਂ ਦੇ ਨਾਲ ਜੁੜੀ ਹੋਈ ਸੀ। ਸੋ ਤੇਲ ਅਤੇ ਕੁਦਰਤੀ ਸਰੋਤਾਂ 'ਤੇ ਮੁਕੰਮਲ ਕਬਜ਼ਾ ਕਰਨ ਲਈ ਹੀ ਅਮਰੀਕਾ ਨੇ ਇਰਾਕੀ ਕਬਜ਼ੇ ਦੌਰਾਨ ਈਰਾਨ, ਸੀਰੀਆ, ਲੀਬੀਆ ਤੇ ਉੱਤਰੀ ਕੋਰੀਆ ਨਾਲ ਆਪਣੇ ਸੰਬੰਧਾਂ ਵਿੱਚ ਖਿਚਾਅ ਪੈਦਾ ਕਰ ਦਿੱਤਾ। ਇਹਨਾਂ ਦੇਸ਼ਾਂ ਨੂੰ ਪਾਪ ਦੀ ਧੁਰੀ ਦਾ ਨਾਂ ਦਿੱਤਾ। ਇਹ ਸਭ ਇਸ ਲਈ ਕੀਤਾ ਗਿਆ ਕਿ ਅੱਗੋਂ ਇਹ ਕੁਝ ਬੋਲਣ ਤੇ ਫਿਰ ਇਸ ਨੂੰ ਇਹਨਾਂ ਦਾ ਮੂੰਹ ਬੰਦ ਕਰਨ ਦਾ ਮੌਕਾ ਮਿਲੇ। ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਅਮਰੀਕਾ ਦੀ ਤੇਲ ਕੰਪਨੀ ਹਾਰਕਨ ਆਇਲ ਨਾਲ 1987 ਤੋਂ ਸੰਬੰਧਿਤ ਸੀ। ਸੋ ਸਲਾਹਕਾਰ ਦੇ ਤੌਰ ਤੇ ਉਹਨਾਂ ਨੂੰ ਹਰ ਸਾਲ $80,000 ਤੇ ਹੋਰ ਤਰੀਕਿਆਂ ਨਾਲ $5 ਲੱਖ ਦਿੰਦੀ ਸੀ। ਸੀਨੀਅਰ ਬੁਸ਼ ਆਪਣੇ ਸਮੇਂ ਚੀਵਟਾਊਨ ਕੰਪਨੀ ਦੇ ਮਦਦਗਾਰ ਰਹੇ ਨੇ। ਜਾਰਜ W. ਬੁਸ਼ ਉਹਨਾਂ ਦੇ ਉਪ ਪ੍ਰਧਾਨ ਡਿਕ ਚੈਨੀ ਹੈਲੀਬਰਟਨ ਨਾਮੀ ਤੇਲ ਕੰਪਨੀ ਦੇ ਕਰਤਾ ਧਰਤਾ ਸਨ। ਅਮਰੀਕਾ ਦੀ ਕੌਮੀ ਸੁਰੱਖਿਆ ਸਲਾਹਕਾਰ ਕੰਡੋਲੀਜ਼ਾ ਰਾਈਸ, ਉਹ 10 ਸਾਲ ਤੱਕ ਚੀਵਟਾਊਨ ਤੇਲ ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਮੈਂਬਰ ਰਹੀ। ਵਣਜ ਸਕੱਤਰ ਡੋਨਾਲਡ ਸ਼ਾਰਪ ਡ੍ਰੀਲਿੰਗ, ਉਹ ਸ਼ਾਰਪ ਡ੍ਰੀਲਿੰਗ ਨਾਮਕ ਤੇਲ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਸੀ। ਇਸੇ ਤਰ੍ਹਾਂ ਜਾਰਜ W. ਬੁਸ਼ ਦੇ ਆਰਥਿਕ ਸਲਾਹਕਾਰ ਲਾਰੈਂਸ ਲਿੰਡਸੇ ਐਨਰਾਨ ਕੰਪਨੀ ਦੇ ਤੇਲ ਵਪਾਰ ਵਿੱਚ ਉਦਯੋਗ ਵਿੱਚ ਸਲਾਹਕਾਰ ਸਨ। ਅਮਰੀਕੀ ਰੱਖਿਆ ਮੰਤਰੀ ਡੋਨਾਲਡ ਰਮਜ਼ਫੀਲਡ ਵੀ ਤੇਲ ਕੰਪਨੀ ਵਿੱਚ ਵੱਡੀ ਹਿੱਸੇਦਾਰੀ ਰੱਖਦਾ ਸੀ। ਗੱਲ ਕਿ ਇਹ ਸਾਰੇ ਤੇਲ ਦੇ ਵਪਾਰੀ ਸੀ, ਜਿਸ ਕਾਰਨ ਮੁੱਖ ਤੌਰ ਤੇ ਮੈਂ ਕਹਿ ਸਕਦਾ ਕਿ ਇਹ ਜੰਗ ਲੜੀ ਗਈ। ਇੱਕ ਪ੍ਰਸਿੱਧ ਇਤਿਹਾਸਕਾਰ ਤੇ ਲੇਖਕ ਗੋਰੇ ਬਡਾਲ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਸੀਨੀਅਰ ਬੁਸ਼ ਦੇ ਵੱਖ-ਵੱਖ ਤੇਲ ਕੰਪਨੀਆਂ 'ਚ ਕੰਮ ਕਰ ਰਹੇ
ਬਿਨ ਲਾਦੇਨ ਦੇ ਪਰਿਵਾਰਕ ਮੈਂਬਰਾਂ ਨਾਲ ਚੰਗੇ ਅਤੇ ਡੂੰਘੇ ਸੰਬੰਧ ਰਹੇ ਹਨ। ਇਸੇ ਲੇਖਕ ਨੇ ਜੰਗ ਸਮੇਂ ਹੀ ਇੱਕ ਪੁਸਤਕ ਪ੍ਰਕਾਸ਼ਿਤ ਕਰਵਾਈ ਸੀ, ਜਿਸ ਦਾ ਨਾਂ ਸੀ ਤੇਲ ਲਈ ਖੂਨ ਨਾਲ ਲਿਬੜੇ ਯੁੱਧ ਦਾ ਸੁਪਨਾ ਕਿਵੇਂ ਦੇਖਿਆ। ਇਸ ਵਿਸ਼ੇ ਨੂੰ ਵਿਆਪਕ ਰੂਪ ਵਿੱਚ ਉਭਾਰਿਆ। ਉਹਨਾਂ ਇਹ ਵੀ ਦੱਸਿਆ ਕਿ ਸੀਨੀਅਰ ਬੁਸ਼ ਪੂਰੀ ਦੁਨੀਆ ਵਿੱਚ 164 ਕੰਪਨੀਆਂ ਤੇ ਮਾਲਕੀ ਹੱਕ ਰੱਖਣ ਵਾਲੇ ਕਾਰਟਾਈਲ ਗਰੁੱਪ ਦੇ ਅਧਿਕਾਰੀ ਹਨ। ਸੋ ਗੱਲ ਕੀ ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਇੱਕ ਅਰਥ ਸ਼ਾਸਤਰ ਦੇ ਪ੍ਰੋਫੈਸਰ ਫ੍ਰਿਟਜ਼ ਜ਼ਿਮਰਮਾਨ, ਉਹਨਾਂ ਨੇ ਵੀ ਦੇਖੋ ਕਿਹਾ ਕਿ ਉਸ ਦਾ ਕਹਿਣਾ ਸੀ ਕਿ ਸਾਡਾ ਦੇਸ਼ ਅਮਰੀਕਾ ਅੱਜ ਡਰ ਅਤੇ ਝੂਠ ਦੇ ਸਹਾਰੇ ਚੱਲ ਰਿਹਾ ਹੈ ਅਤੇ ਜਾਰਜ ਡਬਲਿਊ ਬੁਸ਼ ਅੱਜ ਇਹਨਾਂ ਦੋਹਾਂ ਦਾ ਹੀ ਸਹਾਰਾ ਲੈ ਰਹੇ ਹਨ। ਭਾਵੇਂ ਇਰਾਕ ਕੋਲ ਰਸਾਇਣਕ ਅਤੇ ਜੈਵਿਕ ਹਥਿਆਰ ਨਹੀਂ, ਤਾਂ ਵੀ ਉਸਨੇ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਤੇ ਵੱਡੀ ਜੰਗੀ ਮਸ਼ੀਨਰੀ ਇਰਾਕੀ ਲੋਕਾਂ ਦੇ ਵਿਰੁੱਧ ਝੋਕ ਦਿੱਤੀ, ਜਿਹੜੀ ਕਿ ਪਿਛਲੇ 12 ਸਾਲਾਂ ਤੋਂ ਭੋਜਨ ਅਤੇ ਦਵਾਈ ਦੀ ਘਾਟ ਕਾਰਨ ਪਹਿਲਾਂ ਤੋਂ ਹੀ ਕਮਜ਼ੋਰ ਹੋ ਚੁੱਕੇ ਲੋਕਾਂ ਦੇ ਵਿਰੁੱਧ ਸੀ। ਭਾਵੇਂ ਇਰਾਕ ਦੇ ਤੇਲ ਭੰਡਾਰਾਂ ਨੂੰ ਵੀ ਅਮਰੀਕਾ ਕਾਂ ਅੱਖ ਨਾਲ ਦੇਖ ਰਿਹਾ ਸੀ, ਪਰ ਆਪਣੀ ਆਰਥਿਕਤਾ ਨੂੰ ਬਣਾਈ ਰੱਖਣ ਲਈ ਉਹ ਆਰਥਿਕ ਸੰਘਰਸ਼ ਦੇ ਰਾਹ ਪੈ ਗਿਆ ਸੀ। ਇਹੋ ਯੂਰੋ ਅਤੇ ਡਾਲਰ ਦੇ ਵਿਚਕਾਰ ਨਾ ਨਜ਼ਰ ਆਉਣ ਵਾਲੀ ਇੱਕ ਜੰਗ ਸੀ। ਇਸ ਜੰਗ ਦੀ ਰਣਭੂਮੀ ਵਜੋਂ ਇਰਾਕ ਦੀ ਧਰਤੀ ਦੀ ਚੋਣ ਕੀਤੀ ਗਈ। ਆਰਥਿਕ ਮਾਮਲਿਆਂ ਦੇ ਮਾਹਿਰ ਜੋਫਰੀ ਹਰਡ ਦਾ ਕਹਿਣਾ ਸੀ, ਇਹ ਤੇਲ ਜਾਂ ਇਰਾਕ ਦੀ ਗੱਲ ਨਹੀਂ, ਇਹ ਵਿਸ਼ਵ ਤੇ ਆਰਥਿਕ ਗਲਬੇ ਲਈ ਅਮਰੀਕਾ ਅਤੇ ਯੂਰਪ ਵਿੱਚ ਅਸਿੱਧੀ ਟੱਕਰ ਸੀ। ਸੋ ਗੱਲ ਸਾਥੀਓ ਫੇਰ ਮੁੜ ਉੱਥੇ ਹੀ ਆਉਂਦੀ ਆ ਕਿ ਅਮਰੀਕਾ ਕਿਸੇ ਵੀ ਬਹਾਨੇ ਇਸ ਜੰਗ ਨੂੰ ਕਰਨਾ ਤਾਂ ਚਾਹੁੰਦਾ ਹੀ ਸੀ, ਪਰ ਜਿੱਤਣਾ ਵੀ ਚਾਹੁੰਦਾ ਸੀ। ਇੱਕ ਗੱਲ ਇਹ ਵੀ ਸੀ ਕਿ ਉਹ ਆਜ਼ਾਸ਼ ਸ਼ੇਖ ਜਿਹੜੇ ਅਮਰੀਕਾ ਨੂੰ ਪਸੰਦ ਸਨ, ਉਹ ਅਮਰੀਕਾ ਦੀਆਂ ਕਠਪੁਤਲੀਆਂ ਸਨ। ਇਸ ਤੋਂ ਉਲਟ ਸਦਾਮ ਹੁਸੈਨ, ਲੀਬੀਆ ਦਾ ਕਰਨਲ ਗਦਾਫੀ, ਸੀਰੀਅਨ ਹਾਕਮ ਤੇ ਫਲਸਤੀਨੀ ਯਾਸਰ ਅਰਾਫਾਤ ਅਮਰੀਕਾ ਨੂੰ ਇਸ ਲਈ ਰੜਕਦੇ ਸਨ ਕਿਉਂਕਿ ਇਹ ਅਮਰੀਕਾ ਦੇ ਮਨਸੂਬਿਆਂ ਨੂੰ ਸਮਝਦੇ ਸਨ। ਜਿੱਥੇ ਅਮਰੀਕਾ ਇਹਨਾਂ ਅਰਬ ਲੀਡਰਾਂ ਨੂੰ ਖਤਮ ਕਰਨ ਵੱਲ ਤੁਲਿਆ ਹੋਇਆ ਸੀ, ਉੱਥੇ ਇਹ ਲੀਡਰ ਵੀ ਇਜ਼ਰਾਈਲ ਨੂੰ ਖਤਮ ਕਰਨ ਤੇ ਤੁਲੇ ਹੋਏ ਸਨ। ਗੱਲ ਠੀਕ ਉਸ ਤਰ੍ਹਾਂ ਇਹ ਟੁੱਕਦੀ ਆ ਜਿਵੇਂ ਕੋਈ ਕਹੇ, ਤੂੰ ਆਟਾ ਗੁੰਨਦੀ ਹਿੱਲਦੀ ਕਿਉਂ ਏ। ਅਮਰੀਕਾ ਨੇ ਇਰਾਕੀ ਸਦਰ ਸਦਾਮ ਹੁਸੈਨ ਤੇ ਦੋਸ਼ ਮੜ ਦਿੱਤਾ ਕਿ ਉਸਨੇ ਸੰਯੁਕਤ ਰਾਸ਼ਟਰ ਹਥਿਆਰ ਨਿਰੀਖਣ ਟੀਮ ਨੂੰ ਸਹਿਯੋਗ ਨਹੀਂ ਦਿੱਤਾ। ਉਸਨੇ ਆਪਣੇ ਮਹਿਲਨੁਮਾ ਬੰਕਰਾਂ ਵਿੱਚ ਹਥਿਆਰ ਲੁਕੋਏ ਹੋਏ ਹਨ, ਜਿਨ੍ਹਾਂ ਤੋਂ ਪੂਰੇ ਵਿਸ਼ਵ ਨੂੰ ਖਤਰਾ ਹੈ। ਇਹ ਵੀ ਦੋਸ਼ ਲਗਾਇਆ ਕਿ ਇਰਾਕੀ ਸਦਰ ਇਰਾਕੀ ਜਨਤਾ ਤੇ ਅਤਿਆਚਾਰ ਕਰਦਾ ਹੈ। ਸੋ ਅਮਰੀਕੀ ਕਾਨੂੰਨੀ ਮਾਹਿਰ ਤੇ ਪ੍ਰੋਫੈਸਰ ਐਸ ਕਾਨ, ਉਸਨੇ ਤਾਂ ਸਪਸ਼ਟ ਹੀ ਕਹਿ ਦਿੱਤਾ ਕਿ ਬੇਵਜ੍ਹਾ ਹੱਤਿਆ ਕਰਨਾ ਅਮਰੀਕੀ ਜੰਗੀ ਐਕਟ ਦੇ ਤਹਿਤ ਜੰਗੀ ਅਪਰਾਧ ਹੈ। ਬੁਸ਼, ਚੈਨੀ, ਰੋਮਜ਼ਫੀਲਡ ਨੇ ਜਾਣਬੁੱਝ ਕੇ ਇਰਾਕ ਤੇ ਜੰਗ ਥੋਪੀ, ਇਸ ਲਈ ਇਹਨਾਂ ਤੋਂ ਉੱਥੇ ਜੰਗੀ ਅਪਰਾਧਾਂ ਲਈ ਹਿਸਾਬ ਮੰਗਿਆ ਜਾਵੇ। ਇੰਗਲੈਂਡ ਤੇ ਉਸ ਦੇ ਟੋਰੀ ਐਮਪੀ ਬੋਰਿਸ ਜਾਨਸਨ ਦੇ ਜੰਗ ਤੋਂ 3 ਸਾਲ ਮਗਰੋਂ ਦੇ ਬਿਆਨ ਜਿਹੜੇ ਦਿੱਤੇ ਗਏ, ਉਹ ਇਹ ਸੀ, ਇਰਾਕ ਦੀ ਜੰਗ ਨੂੰ ਅੱਤਵਾਦ ਵਿਰੁੱਧ ਸੰਘਰਸ਼ ਦਾ ਇੱਕ ਅੰਗ ਦੱਸਿਆ ਗਿਆ ਸੀ, ਪਰ ਹੁਣ ਇਹ ਇੱਕ ਕੋਰਾ ਝੂਠ ਸਿੱਧ ਹੋ ਰਿਹਾ ਹੈ। ਇਸ ਜੰਗ ਤੋਂ ਹੋਰ ਕੁਝ ਵੀ ਹਾਸਲ ਹੋਵੇ, ਪਰ ਇੱਕ ਗੱਲ ਅਸੀਂ ਕਦੇ ਨਹੀਂ ਭੁੱਲ ਸਕਾਂਗੇ ਕਿ ਇਰਾਕ ਦੀ ਜੰਗ ਝੂਠ ਦੀ ਨੀਂਹ ਤੇ ਲੜੀ ਗਈ ਸੀ। ਸੋ ਗੱਲ ਕੀ ਸਾਥੀਓ, ਹਥਿਆਰ ਨਿਰੀਖਣ ਤਾਂ ਇੱਕ ਬਹਾਨਾ ਸੀ।
ਇਰਾਕ ਅਤੇ ਇਰਾਕੀ ਸੱਭਿਆਚਾਰ ਨੂੰ ਤਬਾਹ ਕਰਨ ਦਾ। ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਵੀ ਕਹਿ ਸਕਦਾ ਕਿ ਅਮਰੀਕਾ ਦੀ ਸੰਸਾਰ ਚੌਧਰ ਨੂੰ ਬਰਕਰਾਰ ਰੱਖਣ ਦਾ। ਸੋ ਇਸੇ ਬਹਾਨੇ ਇਰਾਕ ਦੇ ਉੱਤੇ ਦੂਜੀ ਵਾਰ ਹਮਲਾ ਕੀਤਾ ਗਿਆ ਤੇ ਇਹ ਸੀ ਸਾਥੀਓ ਆਪਣਾ 7ਵਾਂ ਅਧਿਆਇ। ਹਥਿਆਰ ਨਿਰੀਖਣ ਕਿਵੇਂ ਕੀਤਾ ਗਿਆ, ਕਿਉਂ ਕੀਤਾ ਗਿਆ, ਇਸ ਦੇ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਦਾ। ਤੇ ਆਪਾਂ ਅਗਲਾ ਅਧਿਆਇ ਜਿਹੜਾ ਉਹ ਮੈਸੋਪੋਟਾਮੀਆ ਦਾ ਸੋਗ ਕਰਾਂਗੇ ਕਿ ਅਮਰੀਕਾ ਨੇ ਹਥਿਆਰ ਨਿਰੀਖਣ ਦੇ ਬਹਾਨੇ ਕਿਹੜੇ ਢੰਗ ਨਾਲ ਦੁਬਾਰਾ ਇਰਾਕ ਦੇ ਉੱਤੇ ਹਮਲਾ ਕੀਤਾ। ਧੰਨਵਾਦ।